गुड मॉर्निंग स्टूडेंट्स। सो बेटा हुण अपने को नैक्सट है प्रॉब्लम ऑफ पॉवर्टी इन इंडिया। इन द लास्ट टॉपिक वी हैव डन अनएम्प्लॉयमेंट, हुण है पॉवर्टी, गरीबी। मोर दैन 6 डिकेड्स ऑफ इकनॉमिक प्लैनिंग, डिकेड्स मतलब 60 सालों तो प्रॉब्लम ऑफ पॉवर्टी हजे भी कंट्री दे विच चल रही है। मोस्ट क्राइंग इकनॉमिक प्रॉब्लम है, सिर्फ एक इंडिविजुअल नहीं पूरी कंट्री वास्ते ये वर्स होंदी है। नो हार्डशिप, नो सफरिंग, कोई भी प्रॉब्लम पैसे तो ਜਦੋਂ ਤੁਸੀਂ ਬੇਸਿਕ ਨੈਸੈਸਿਟੀਜ਼ ਆਫ ਲਾਈਫ ਪੂਰੀਆਂ ਨਾ ਕਰ ਸਕੋ ਉਸ ਤੋਂ ਵੱਡੀ ਨਹੀਂ ਹੁੰਦੀ। ਪਾਵਰਟੀ ਦੇ ਨਾਲ, ਗਰੀਬੀ ਦੇ ਨਾਲ ਹੈਲਥ ਵੀ ਖਰਾਬ ਹੁੰਦੀ ਹੈ, ਸਕਿੱਲ ਵੀ ਖਰਾਬ ਹੁੰਦੀ ਹੈ। ਇੱਕ ਰਿਲੇਟਿਵ ਟਰਮ ਹੈ ਪਾਵਰਟੀ। ਇਸ ਵਰਡ ਲਾਈਨ ਦਾ ਬਹੁਤ ਮੀਨਿੰਗ ਹੈ। ਰਿਲੇਟਿਵ ਦਾ ਮਤਲਬ ਹੈ ਕੰਪੈਰੀਜ਼ਨ, ਠੀਕ ਹੈ। ਇਕਨੋਮਿਕ ਕੰਡੀਸ਼ਨਸ ਆਫ ਦੀ ਕੰਟਰੀ ਦੇ ਅਕੋਰਡਿੰਗਲੀ ਪਾਵਰਟੀ ਦੀ ਡੈਫੀਨੇਸ਼ਨ ਬਦਲ ਜਾਂਦੀ ਹੈ। ਇੰਟਰਨੈਸ਼ਨਲ ਪਾਵਰਟੀ ਲਾਈਨ ਕੀ ਕਹਿੰਦੀ ਹੈ ਕਿ ਜਿਸ ਬੰਦੇ ਦਾ ਇੱਕ ਬੰਦੇ ਦਾ ਕੰਜ਼ੰਪਸ਼ਨ ਐਕਸਪੈਂਡੀਚਰ $1.90 US ਪਰ ਡੇ ਤੋਂ ਘੱਟ ਹੈ, ਉਹ ਗਰੀਬ ਹੈ। ਸੋ ਪ੍ਰੋਬਲਮ ਆਫ ਪਾਵਰਟੀ ਕੰਸੀਡਰ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਰੀਬੀ ਕੀ ਹੈ ਜਾਂ ਕਿਹਨੂੰ ਅਸੀਂ ਗਰੀਬੀ ਕਹਿੰਦੇ ਹਾਂ। 2011-12 ਦੇ ਵਿੱਚ ਪਾਵਰਟੀ ਲਾਈਨ ਐਕਸਪਲੇਨ ਕੀਤੀ ਗਈ ਸੀਗੀ on the basis of consumption expenditure as per the 68th survey of NSSO National Statistical Survey Organization। ਉਹ ਕਹਿੰਦੇ ਸੀ ਕਿ ਪਿੰਡਾਂ ਦੇ ਵਿੱਚ ਜੇ ਕਿਸੇ ਬੰਦੇ ਨੂੰ ਇੱਕ ਮਹੀਨੇ ਦਾ 816 ਰੁਪਏ ਮਿਲ ਰਹੇ ਨੇ, ਸ਼ਹਿਰ ਦੇ ਵਿੱਚ 1000 ਰੁਪਇਆ ਮਿਲ ਰਿਹਾ ਹੈ, ਤਾਂ ਉਹ ਗਰੀਬ ਨਹੀਂ ਹੈ। ਇਹ ਘੱਟੋ ਘੱਟ ਮਿਲਣੇ ਚਾਹੀਦੇ ਨੇ। ਜਿਸ ਤੋਂ ਥੱਲੇ ਮਿਲਦੇ ਨੇ ਤਾਂ ਉਹ ਗਰੀਬ ਹੈ। ਸੋ ਪਾਵਰਟੀ ਕੀ ਹੈ? ਇਨਐਬਿਲਿਟੀ ਟੂ ਗੈਟ ਦ ਮਿਨੀਮਮ ਕੰਜ਼ੰਪਸ਼ਨ ਰਿਕੁਆਇਰਮੈਂਟ ਫॉर ਲਾਈਫ, ਹੈਲਥ ਐਂਡ ਐਫੀਸ਼ੀਐਂਸੀ। ਪਾਵਰਟੀ ਦਾ ਮਤਲਬ ਹੈ ਜਦੋਂ ਤੁਸੀਂ ਆਪਣੀਆਂ ਬੇਸਿਕ ਰਿਕੁਆਇਰਮੈਂਟਸ ਆਫ ਲਾਈਫ ਪੂਰੀਆਂ ਨਹੀਂ ਕਰ ਸਕਦੇ। ਬੇਸਿਕ ਕੀ ਨੇ? ਫੂਡ, ਕਲੋਥਿੰਗ, ਹਾਊਸਿੰਗ, ਐਜੂਕੇਸ਼ਨ ਐਂਡ ਬੇਸਿਕ ਹੈਲਥ ਰਿਕੁਆਇਰਮੈਂਟ। ਇੱਕ ਬੰਦਾ ਕਦੋਂ ਸਫਰ ਕਰਦਾ ਹੈ? ਜਦੋਂ ਉਹਦੀਆਂ ਮਿਨੀਮਮ ਹਿਊਮਨ ਨੀਡਸ ਪੂਰੀਆਂ ਨਹੀਂ ਹੁੰਦੀਆਂ। ਐਜ਼ ਅ ਰਿਜ਼ਲਟ ਡਿਫਿਕਲਟ ਹੋ ਜਾਂਦਾ ਹੈ ਪ੍ਰੋਡਕਸ਼ਨ ਨੂੰ ਵਧਾਉਣਾ ਅਤੇ ਗਰੀਬੀ 'ਚੋਂ ਬਾਹਰ ਨਿਕਲਣਾ। ਹੁਣ ਗਰੀਬੀ ਦੋ ਤਰ੍ਹਾਂ ਦੀ ਹੁੰਦੀ ਹੈ, ਐਬਸੋਲਿਊਟ ਅਤੇ ਰਿਲੇਟਿਵ। ਐਬਸੋਲਿਊਟ ਜਦੋਂ ਅਸੀਂ ਗਰੀਬੀ ਦਾ ਮੀਨਿੰਗ ਦੱਸਾਂਗੇ, ਠੀਕ ਹੈ। ਰਿਲੇਟਿਵ ਹੋਗਾ ਜਦੋਂ ਦੋ ਕੰਟਰੀਜ਼ ਦਾ ਕੰਪੈਰੀਜ਼ਨ ਕਰਾਂਗੇ। ਐਬਸੋਲਿਊਟ ਦਾ ਮਤਲਬ ਹੈ ਮੈਜਰ ਆਫ ਪਾਵਰਟੀ ਕੀਪਿੰਗ ਇਨ ਵਿਊ ਦ ਇਕਨੋਮਿਕ ਕੰਡੀਸ਼ਨਸ ਆਫ ਅ ਕੰਟਰੀ। ਇਕੋਨੋਮਿਸਟ ਨੇ ਡਿਫਰੈਂਟ ਡੈਫੀਨੇਸ਼ਨਸ ਦਿੱਤੀਆਂ ਨੇ, ਠੀਕ ਹੈ। ਹੁਣ ਪਹਿਲੀ ਡੈਫੀਨੇਸ਼ਨ ਦਿੱਤੀ ਕੈਲਰੀ ਦੇ ਕ੍ਰਾਈਟੀਰੀਆ ਦੇ ਉੱਤੇ। ਕਹਿੰਦੇ ਐਨਰਜੀ ਜਿਹੜੀ ਇੱਕ ਬੰਦੇ ਨੂੰ ਫੂਡ ਤੋਂ ਮਿਲਦੀ ਹੈ, ਠੀਕ ਹੈ, ਉਹਨੂੰ ਅਸੀਂ ਕੈਲਰੀਜ਼ 'ਚ ਮੈਜਰ ਕਰਦੇ ਹਾਂ। ਇੰਡੀਆ ਦੇ ਵਿੱਚ ਪਲੈਨਿੰਗ ਕਮਿਸ਼ਨ ਕਹਿੰਦਾ ਹੈ ਕਿ ਪਿੰਡ ਦੇ ਵਿੱਚ ਰਹਿ ਰਿਹਾ ਇੱਕ ਬੰਦਾ ਜੇ 2400 ਕੈਲਰੀਜ਼ ਪਰ ਡੇ ਉਹਨੂੰ ਮਿਲਦੀਆਂ ਨੇ, ਅਰਬਨ ਏਰੀਆਜ਼ ਦੇ ਵਿੱਚ ਰਹਿ ਰਹੇ ਨੂੰ 2100 ਕੈਲਰੀਜ਼ ਪਰ ਡੇ ਮਿਲਦੀਆਂ ਨੇ, ਤਾਂ ਉਹ ਗਰੀਬ ਨਹੀਂ ਹੈ। ਜਿਸ ਤੋਂ ਘੱਟ ਮਿਲਦੇ ਨੇ ਤਾਂ ਉਹ ਗਰੀਬ ਹੈ। ਪਿੰਡ ਵਿੱਚ ਫਿਜ਼ੀਕਲ ਵਰਕ ਜ਼ਿਆਦਾ ਹੁੰਦਾ, ਇਸ ਕਰਕੇ ਕੈਲਰੀਜ਼ ਜ਼ਿਆਦਾ ਰੱਖੀਆਂ ਨੇ। ਇੱਥੇ ਮੈਂਟਲ ਵਰਕ ਜ਼ਿਆਦਾ ਹੁੰਦਾ ਹੈ ਸ਼ਹਿਰਾਂ ਦੇ ਵਿੱਚ। ਮਿਨੀਮਮ ਕੰਜ਼ੰਪਸ਼ਨ ਐਕਸਪੈਂਡੀਚਰ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈ 2011-12 ਦੇ ਪ੍ਰਾਈਸਿਸ ਨੂੰ ਜੇ ਅਸੀਂ ਬੇਸ ਮੰਨ ਕੇ ਦੇਖੀਏ ਤਾਂ ਅਗਰ 816 ਰੁਪਏ ਪਰ ਕੈਪੀਟਾ ਪਰ ਮੰਥ ਰੂਰਲ 'ਚ ਮਿਲਦਾ ਹੈ ਤਾਂ ਠੀਕ ਹੈ। ਜੇ 1000 ਰੁਪਇਆ ਪਰ ਕੈਪੀਟਾ ਪਰ ਮੰਥ ਅਰਬਨ 'ਚ ਮਿਲਦਾ ਤਾਂ ਠੀਕ ਹੈ। ਜਿਸ ਤੋਂ ਘੱਟ ਮਿਲਦਾ ਹੈ ਇਟ ਮੀਨਸ ਉਹ ਗਰੀਬ ਹੈ ਜਾਂ ਗਰੀਬੀ ਰੇਖਾ ਦੇ ਥੱਲੇ ਰਹਿ ਰਿਹਾ ਹੈ। ਨੈਕਸਟ ਹੈ ਜੀ ਰਿਲੇਟਿਵ ਪਾਵਰਟੀ। ਰਿਲੇਟਿਵ ਦਾ ਮਤਲਬ ਹੈ ਕੰਪੈਰੀਜ਼ਨ। ਪਾਵਰਟੀ ਔਨ ਦ ਬੇਸਿਸ ਆਫ ਕੰਪੈਰੀਜ਼ਨ ਆਫ ਪਰ ਕੈਪੀਟਾ ਇਨਕਮ ਆਫ ਡਿਫਰੈਂਟ ਕੰਟਰੀਜ਼। ਉਹ ਕੰਟਰੀ ਜਿਹਦੀ ਪਰ ਕੈਪੀਟਾ ਇਨਕਮ ਦੂਜੀਆਂ ਕੰਟਰੀਜ਼ ਤੋਂ ਕਾਫੀ ਘੱਟ ਹੈ, ਉਹਨੂੰ ਅਸੀਂ ਪੂਅਰ ਕੰਟਰੀ ਕਹਿੰਦੇ ਹਾਂ। ਤਾਂ ਪੂਅਰ ਦੇ ਵਿੱਚ ਜੇ ਅਸੀਂ ਦੇਖੀਏ, ਪੂਅਰ ਦੇ ਵਿੱਚ ਮਤਲਬ ਤੁਸੀਂ ਆਪਣੇ ਬੇਸਿਕ ਰਿਕੁਆਇਰਮੈਂਟਸ ਆਫ ਲਾਈਫ ਵੀ ਪੂਰੀਆਂ ਨਹੀਂ ਕਰ ਸਕਦੇ। ਹੁਣ ਜੇ ਅਸੀਂ ਦੇਖੀਏ ਅਮਰੀਕਾ ਦੀ ਪਰ ਕੈਪੀਟਾ ਇਨਕਮ ਹੈਗੀ ਹੈ $$ 55,980, UK ਦੀ 43,000, ਚਾਈਨਾ ਦੀ 7,930, ਇੰਡੀਆ ਦੀ 1,600, ਵਰਲਡ ਐਵਰੇਜ 10,000 ਹੈ। ਤਾਂ ਇੰਡੀਆ ਦਾ ਤਾਂ ਦੇਖੋ ਵਰਲਡ ਐਵਰੇਜ ਦਾ ਵੀ 10% ਹੈ। ਸੋ ਔਨ ਦ ਬੇਸ ਆਫ ਦਿਸ ਕੰਪੈਰੀਜ਼ਨ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਇੱਕ ਪੂਅਰ ਨੇਸ਼ਨ ਹੈ। ਇੰਡੀਆ ਦੀ ਪਰ ਕੈਪੀਟਾ ਇਨਕਮ 78ਵੇਂ ਨੰਬਰ ਦੇ ਉੱਤੇ ਆਉਂਦੀ ਹੈ। ਪਾਵਰਟੀ ਲਾਈਨ ਕੀ ਹੈ? ਉਹ ਲਾਈਨ ਜੋ ਦੱਸਦੀ ਹੈ ਕਿ ਸਾਡਾ ਜਿਹੜਾ ਪਰਚੇਜ਼ਿੰਗ ਪਾਵਰ ਦਾ ਲੈਵਲ ਹੈ ਉਹ ਕਿੰਨਾ ਹੈ, ਮਤਲਬ ਸਾਨੂੰ ਕਿੰਨੀਆਂ ਮਿਨੀਮਮ ਸਾਡੀਆਂ ਨੀਡਸ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਇਟ ਰਿਪਰੈਜ਼ੈਂਟ ਦ ਕੈਪੈਸਿਟੀ ਟੂ ਸੈਟਿਸਫਾਈ ਦ ਮਿਨੀਮਮ ਲੈਵਲ ਆਫ ਹਿਊਮਨ ਨੀਡਸ। ਪਰਚੇਜ਼ਿੰਗ ਪਾਵਰ ਨੂੰ ਅਸੀਂ ਐਵਰੇਜ ਪਰ ਕੈਪੀਟਾ ਮੰਥਲੀ ਐਕਸਪੈਂਡੀਚਰ ਦੀ ਫਾਰਮ 'ਚ ਮੈਜਰ ਕਰਦੇ ਹਾਂ। ਸੋ ਇਹ ਲਾਈਨ ਪਾਪੂਲੇਸ਼ਨ ਨੂੰ ਦੋ ਭਾਗਾਂ 'ਚ ਵੰਡ ਦਿੰਦੀ ਹੈ। ਇੱਕ ਉਹ ਜਿਹੜੇ ਪਰਚੇਜ਼ਿੰਗ ਪਾਵਰ ਜਿਨ੍ਹਾਂ ਦੀ ਵੱਧ ਹੁੰਦੀ ਹੈ ਅਤੇ ਦੂਜੇ ਜਿਹੜੀ ਜਿਨ੍ਹਾਂ ਦੀ ਘੱਟ ਹੁੰਦੀ ਹੈ। ਫਾਰਮਰ ਗਰੁੱਪ ਨੂੰ ਜਿਨ੍ਹਾਂ ਦੀ ਵੱਧ ਹੁੰਦੀ ਹੈ ਉਹਨੂੰ ਅਸੀਂ ਅਬਵ ਦ ਪਾਵਰਟੀ ਲਾਈਨ ਕਹਿੰਦੇ ਹਾਂ, ਜਿਨ੍ਹਾਂ ਦੀ ਥੱਲੇ ਹੁੰਦੀ ਹੈ ਉਹਨਾਂ ਨੂੰ ਅਸੀਂ ਬਿਲੋ ਦ ਪਾਵਰਟੀ ਲਾਈਨ ਕਹਿੰਦੇ ਹਾਂ। ਇਹਨਾਂ ਲੋਕਾਂ ਨੂੰ ਅਸੀਂ ਗਰੀਬ ਕਹਿੰਦੇ ਹਾਂ। ਗਰੀਬ ਦੋ ਭਾਗਾਂ ਦੇ ਵਿੱਚ ਵੰਡੇ ਗਏ ਨੇ। ਇੱਕ ਉਹ ਜਿਨ੍ਹਾਂ ਦੇ ਮਿਨੀਮਮ ਰਿਕੁਆਇਰਮੈਂਟਸ ਹੋ ਜਾਂਦੀਆਂ ਨੇ ਪੂਰੀਆਂ, ਇੱਕ ਉਹ ਜਿਨ੍ਹਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ। ਉੱਪਰ ਵਾਲਿਆਂ ਨੂੰ ਅਸੀਂ ਪੂਅਰ ਨਹੀਂ ਕਹਿੰਦੇ, ਨੀਚੇ ਵਾਲਿਆਂ ਨੂੰ ਅਸੀਂ ਪੂਅਰ ਕਹਿੰਦੇ ਹਾਂ।
डिफरेंट कमीशनस ने बैठे ने टाइम टू टाइम। 1962 ਦੇ ਵਿੱਚ ਪਹਿਲੀ ਵਾਰੀ ਗਰੁੱਪ ਆਫ ਐਮੀਨੈਂਟ ਇਕੋਨੋਮਿਸਟ ਲਾਈਕ ਪ੍ਰੋਫੈਸਰ ਡੀ.ਆਰ. ਗਾਡਗਿਲ, ਡਾਕਟਰ ਬੀ.ਐਨ. ਗਾਂਗੁਲੀ, ਡਾਕਟਰ ਪੀ.ਐਸ. ਲੋਖਾਨਾਥਨ ਨੇ ਮਿਨੀਮਮ ਸਟੈਂਡਰਡ ਆਫ ਲਿਵਿੰਗ ਜਾਂ ਡਾਈਟ ਬੇਸਡ ਰਿਕਮੈਂਡੇਸ਼ਨ ਹੈ ਦੇਖੀ ਸੀ, ਅਤੇ ਉਹਨਾਂ ਨੇ ਕਿਹਾ ਸੀ ਕਿ 20 ਰੁਪਏ ਪਰ ਕੈਪੀਟਾ ਪਰ ਮੰਥ ਰੂਰਲ ਏਰੀਆ, 25 ਰੁਪਏ ਪਰ ਕੈਪੀਟਾ ਪਰ ਮੰਥ ਅਰਬਨ ਏਰੀਆਜ਼ ਦੇ ਵਿੱਚ ਮਿਲ ਜਾਣ ਤਾਂ ਬੰਦਾ ਠੀਕ ਹੈ, ਜੇ ਇਸ ਤੋਂ ਘੱਟ ਮਿਲਦਾ ਹੈ ਤਾਂ ਅਸੀਂ ਕਹਾਂਗੇ ਕਿ ਉਹ ਬਿਲੋ ਦਾ ਪਾਵਰਟੀ ਲਾਈਨ ਰਿਸਾਈਡ ਕਰ ਰਿਹਾ ਹੈ। ਹੁਣ ਇੰਡੀਆ ਦੇ ਵਿੱਚ ਜਿਹੜੀ ਪਾਵਰਟੀ ਲਾਈਨ ਹੈ ਇਟ ਇਜ਼ ਡਿਫਾਈਨਡ ਔਨ ਦ ਬੇਸ ਆਫ ਕੰਜ਼ੰਪਸ਼ਨ ਐਕਸਪੈਂਡੀਚਰ ਡਿਟਰਮਿਨ ਬਾਈ NSSO। 5 ਸਾਲਾਂ ਦੇ ਵਿੱਚ NSSO ਇੱਕ ਲਾਰਜ ਸਰਵੇ ਕਰਦਾ ਹੈ ਪਾਵਰਟੀ ਦੇ ਉੱਤੇ। ਐਜ਼ ਪਰ NSSO ਰਿਪੋਰਟ 2004-05 ਦੇ ਵਿੱਚ ਪਾਵਰਟੀ ਲਾਈਨ ਹੈ ਜਿਹੜੀ ਉਹ 2400 ਤੋਂ 2100 ਕੈਲੋਰੀਜ਼ ਇਨ ਰੂਰਲ ਅਤੇ ਅਰਬਨ ਏਰੀਆਜ਼ ਦੇ ਵਿੱਚ ਡਿਫਾਈਨ ਕੀਤੀ ਗਈ ਸੀ। ਫਿਰ ਇਸੇ ਤਰ੍ਹਾਂ ਦੇ ਨਾਲ ਪੈਸਿਆਂ ਦੀ ਕਲਾਸੀਫਿਕੇਸ਼ਨ ਹੈ, ਠੀਕ ਹੈ, 368 ਇਨ ਰੂਰਲ ਅਤੇ 559 ਇਨ ਅਰਬਨ ਏਰੀਆਜ਼ ਦੇ ਵਿੱਚ 2004-05 ਦੇ ਅਕੋਰਡਿੰਗ ਮਿਲ ਰਿਹਾ ਤਾਂ ਉਹ ਠੀਕ ਹੈ। 68th ਸਰਵੇ NSS ਦੇ ਵਿੱਚ 816 ਤੇ 1000 ਰੁਪਇਆ ਹੈ ਰੂਰਲ ਅਤੇ ਅਰਬਨ ਦਾ, ਯਾਦ ਹੀ ਰੱਖਣੇ ਪੈਣੇ ਤੁਹਾਨੂੰ। ਫਿਰ US ਡਾਲਰ ਜੇ ਇੰਟਰਨੈਸ਼ਨਲ ਦੇਖੀਏ ਤਾਂ 1 ਰੁਪਇਆ 1.90 US ਡਾਲਰ ਪਰ ਡੇ ਜੇ ਮਿਲ ਰਿਹਾ ਹੈ ਤਾਂ ਠੀਕ ਹੈ। ਜੇ ਅਸੀਂ ਇਸ ਬੇਸ 'ਤੇ ਦੇਖੀਏ ਤਾਂ ਇੰਡੀਆ ਦੀ 21.3 ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਰਹੀ ਹੈ। ਫਿਰ ਉਹਨਾਂ ਨੇ ਇਹਨੂੰ ਰਿਵਾਈਜ਼ ਕਰਤਾ 2016 'ਚ, ਕਹਿੰਦੇ ਜੀ 3.10 US ਡਾਲਰ ਪਰ ਡੇ। ਜੇ ਇਸ ਹਿਸਾਬ ਨਾਲ ਦੇਖੀਏ ਤਾਂ ਇੰਡੀਆ ਦੀ 58% ਹੈ ਜਿਹੜੀ ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਰਹਿ ਰਹੀ ਹੈ। ਤਾਂ ਇੰਡੀਆ ਕਹਿੰਦਾ ਵੀ ਅਸੀਂ ਤਾਂ 101.90 ਦੇ ਬੇਸ 'ਤੇ ਹੀ ਆਪਦੀ ਪਾਵਰਟੀ ਨੂੰ ਕੈਲਕੂਲੇਟ ਕਰਾਂਗੇ, ਠੀਕ ਹੈ। 2 ਮਿੰਟ ਬੇਟਾ। ਨੈਕਸਟ ਹੈ ਬੇਸਿਕ ਨੀਡਸ ਅਪਰੋਚ ਆਫ ਡਿਫਾਈਨਿੰਗ ਪਾਵਰਟੀ। ਇਸ ਟਾਈਮ ਦੇ ਉੱਤੇ 40% ਆਫ ਇੰਡੀਅਨ ਚਿਲਡਰਨ ਬਿਲੋ ਦ ਏਜ ਆਫ 5 ਆਰ ਅੰਡਰ ਵੇਟ। ਕਿਉਂ ਅੰਡਰ ਵੇਟ ਨੇ? ਖਾਣ ਨੂੰ ਪੈਸਾ ਨਹੀਂ, ਖਾਣ ਨੂੰ ਕੁਛ ਚੀਜ਼ ਨਹੀਂ ਮਿਲ ਰਹੀ। ਯੂਨੀਸੈਫ ਦੀ ਰਿਪੋਰਟ ਦੇ ਅਨੁਸਾਰ ਪਾਵਰਟੀ ਲਾਈਨ ਸਟਾਰਵੇਸ਼ਨ ਲਾਈਨ ਹੈ, ਭੁੱਖਮਰੀ। ਜਦੋਂ ਤੁਹਾਨੂੰ ਰਿਕੁਆਇਰਡ ਅਮਾਊਂਟ ਆਫ ਫੂਡ ਗ੍ਰੇਨਸ ਨਹੀਂ ਮਿਲਦੇ, ਇਹਨੂੰ ਬੇਸਿਕ ਨੀਡਸ ਅਪਰੋਚ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਜਦੋਂ ਇੱਕ ਬੰਦਾ ਆਪਦੀਆਂ ਬੇਸਿਕ ਨੀਡਸ ਨੂੰ ਪੂਰੀਆਂ ਨਹੀਂ ਕਰ ਸਕਦਾ ਤਾਂ ਅਸੀਂ ਉਹਨੂੰ ਕਹਾਂਗੇ ਕਿ ਉਹ ਗਰੀਬ ਹੈ। ਹੁਣ ਟ੍ਰੈਂਡਸ ਆਫ ਪਾਵਰਟੀ ਇਨ ਇੰਡੀਆ, ਇਹ 'ਚ ਮੈਂ ਤੁਹਾਨੂੰ ਉੱਪਰੋਂ ਦੱਸਦੀ ਹਾਂ, ਡਾਟਾ ਦੇ ਨਾਲ ਨਹੀਂ ਲਰਨ ਕਰਨਾ ਤਾਂ ਕਿ ਸਮਝ ਆ ਜੇ, ਕੁਐਸਚਨ 'ਚ ਨਹੀਂ ਆਉਂਦਾ ਇਹ ਕਿਤੇ ਵੀ। ਕਿੰਨੇ ਪੂਅਰ ਪਰਸਨ ਨੇ ਅਤੇ ਟੋਟਲ ਪਾਪੂਲੇਸ਼ਨ ਦਾ ਕਿੰਨਾ ਪਰਸੈਂਟੇਜ ਹੈ। ਇੰਡੀਆ ਦੇ ਵਿੱਚ 25 ਕਰੋੜ ਲੋਕ ਸੀਗੇ ਜਿਹੜੇ ਪੂਅਰ ਸੀ। ਜੇ ਅਸੀਂ 100 'ਚੋਂ ਦੇਖੀਏ ਤਾਂ 54.9, ਫਿਰ 24 ਕਰੋੜ 21.8, 40.72 ਕਰੋੜ 37%। ਮਤਲਬ ਜੇ ਅਸੀਂ 11-12 ਦੇ ਵਿੱਚ ਦੇਖੀਏ ਤਾਂ 21.9% ਲੋਕ ਨੇ ਬਿਲੋ ਪਾਵਰਟੀ ਲਾਈਨ ਰਿਸਾਈਡ ਕਰ ਰਹੇ ਨੇ। ਇਸੇ ਤਰੀਕੇ ਦੇ ਨਾਲ ਅਰਬਨ ਰੂਰਲ, ਪਿੰਡਾਂ ਦੇ ਵਿੱਚ ਕਿੰਨੇ ਗਰੀਬ ਨੇ ਅਤੇ ਸ਼ਹਿਰਾਂ 'ਚ ਲੋਕ ਕਿੰਨੇ ਗਰੀਬ ਨੇ। ਜੇ ਅਸੀਂ 2011-12 ਦੇ ਵਿੱਚ ਦੇਖੀਏ, ਪਿੰਡਾਂ ਦੇ ਵਿੱਚ ਗਰੀਬ ਲੋਕ 25.7 ਨੇ, ਸ਼ਹਿਰਾਂ ਦੇ ਵਿੱਚ 13.7 ਨੇ, ਟੋਟਲ 21.9 ਇੱਧਰ ਇਹਦੇ ਨਾਲ ਮੈਚ ਕਰ ਰਿਹਾ ਹੈ। ਇੰਟਰਸਟੇਟ ਕੰਪੈਰੀਜ਼ਨ, ਸਭ ਤੋਂ ਜ਼ਿਆਦਾ ਗਰੀਬੀ ਹੈ ਜਿਹੜੀ ਛੱਤੀਸਗੜ੍ਹ, ਫੋਲੋਡ ਬਾਏ ਝਾਰਖੰਡ, ਮਨੀਪੁਰ, ਬਿਹਾਰ, ਉੜੀਸਾ। ਜੇ ਅਸੀਂ ਪੰਜਾਬ ਦੀ ਦੇਖੀਏ 8.3, ਆਲ ਇੰਡੀਆ 21.9, ਸੇਮ ਲੈਵਲ 'ਤੇ ਕੰਪੈਰੀਜ਼ਨ ਹੋ ਰਿਹਾ ਹੈ। 2011-12 ਦੀ ਡਾਟਾ ਲਿਆ ਹੈ ਤੰਦੁਲਕਰ ਮੈਥਡੋਲੋਜੀ ਦਾ। ਇੰਟਰਨੈਸ਼ਨਲ ਕੰਪੈਰੀਜ਼ਨ ਕਰੀਏ, ਕਿੰਨੇ ਲੋਕ ਪਰਸੈਂਟੇਜ ਆਫ ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਜੇ 1.90 ਦੇ ਤਾਂ ਬੰਗਲਾਦੇਸ਼ ਦੀ 43.7, ਇੰਡੀਆ ਦੀ 21.3। ਜੇ ਅਸੀਂ UK, ਜਰਮਨੀ 'ਤੇ ਲੈਸ ਦੈਨ 1% ਲੋਕ ਨੇ ਜਿਹੜੇ ਉਹ ਗਰੀਬ ਨੇ। ਹੁਣ ਹੈ ਜੀ ਜੋ ਬੇਸਿਕ ਲੌਂਗ ਕੁਐਸਚਨ ਆਉਂਦਾ ਹੈ, ਪਾਵਰਟੀ ਦਾ ਕਾਰਨ ਕੀ ਹੈ। ਫਸਟ ਹੈ ਜੀ ਹੈਵੀ ਪ੍ਰੈਸ਼ਰ ਆਫ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਜਿਹਦੇ ਕਰਕੇ ਪਰ ਕੈਪੀਟਲ ਇਨਕਮ ਘੱਟ ਹੈ, ਟੋਟਲ ਪ੍ਰੋਡਕਸ਼ਨ ਘੱਟ ਹੈ, ਪਰ ਕੈਪੀਟਲ ਲੈਂਡ, ਪਰ ਕੈਪੀਟਲ ਅਵੇਲੇਬਿਲਿਟੀ ਆਫ ਡਿਫਰੈਂਟ ਸੋਸ਼ਲ ਸਰਵਿਸਿਜ਼, ਫੂਡ ਗ੍ਰੇਨਸ ਬਹੁਤ ਘੱਟ ਹੈ। ਪ੍ਰਾਈਸਿਸ ਲਗਾਤਾਰ ਵੱਧ ਰਹੇ ਨੇ, ਨੈਸ਼ਨਲ ਇਨਕਮ ਘੱਟ ਹੈ, ਸਲੋ ਇਕਨੋਮਿਕ ਗਰੋਥ ਹੈ, ਪਰ ਕੈਪੀਟਲ ਇਨਕਮ ਘੱਟ ਹੈ, ਨੈਟ ਡੋਮੈਸਟਿਕ ਪ੍ਰੋਡਕਟ ਹੈ ਉਹ ਘੱਟ ਹੈ, ਕਰੋਨਿਕ ਅਨਇੰਪਲੋਇਮੈਂਟ ਐਂਡ ਅੰਡਰ ਇੰਪਲੋਇਮੈਂਟ ਦੀ ਪ੍ਰੋਬਲਮ ਹੈ ਉਹ ਚੱਲ ਰਹੀ ਹੈ। ਰੂਰਲ ਇਕੋਨਮੀ ਹੈ, ਜ਼ਿਆਦਾਤਰ ਲੋਕ ਪਿੰਡਾਂ ਦੇ ਵਿੱਚ ਨੇ, ਐਗਰੀਕਲਚਰ ਦੇ ਵਿੱਚ ਜੁੜੇ ਹੋਏ ਨੇ, ਜਿਸ ਕਰਕੇ ਉਹ ਆਪਦੀ ਪੂਰੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਹੇ। ਕੈਪੀਟਲ ਦੀ ਕਮੀ ਹੈ, ਜਿਹਦੇ ਕਰਕੇ ਇੰਡਸਟਰੀ, ਟਰਾਂਸਪੋਰਟ, ਇਰੀਗੇਸ਼ਨ, ਅਦਰ ਮੀਨਸ ਆਫ ਡਿਵੈਲਪਮੈਂਟ ਹੈ ਉਹ ਨਹੀਂ ਮਿਲ ਰਹੇ ਪ੍ਰੋਪਰ। ਲੈਕ ਆਫ ਏਬਲ ਐਂਡ ਐਫੀਸ਼ੀਐਂਟ ਐਂਟਰਪ੍ਰੈਨਿਓਰਸ, ਜਿਹੜੇ ਕ੍ਰੀਏਟਿਵ, ਕੰਪੀਟੈਂਟ, ਪ੍ਰੋਫੀਸ਼ੀਐਂਟ ਆਪਣੀ ਟਰੇਡ ਨੇ, ਰਿਸਕ ਨਹੀਂ ਲੈਣਾ ਚਾਹੁੰਦੇ, ਐਂਟਰਪ੍ਰੈਨਿਓਰਸ ਦੀ ਸ਼ਾਰਟੇਜ ਹੈ। ਪ੍ਰੋਪਰ ਇੰਡਸਟਰੀਲਾਈਜੇਸ਼ਨ ਨਹੀਂ ਹੋ ਰਹੀ। ਕੰਜ਼ਿਊਮਰ ਗੁਡਸ ਇੰਡਸਟਰੀਜ਼ ਲਾਈਕ ਸੋਪ, ਕਲੋਥ, ਸ਼ੂਗਰ, ਲੈਦਰ, ਆਇਲ ਐਟਸੈਕਟਰਾ ਕਾਫੀ ਡਿਵੈਲਪ ਹੋਏ ਨੇ, ਪਰ
हजे भी कैपिटल ते प्रोड्यूसर गुड इंडस्ट्री प्रॉपरली डेवलप्ड नहीं है। सोशल इंस्टीट्यूशनस लोग अपना बहुत सारा पैसा है मैरिज डैथ फैसटिवल ते खर्च करते हैं। सोशल कस्टम जुड़े हुए हैं, रिचुअल सोशल ऑबलीगेशनस के उत्ते बहुत सारा मनी वेस्ट होती है। नैचुरल रिसोर्सिस प्रॉपरली यूटिलाइज नहीं किया जा रहा, लाइक आयरन कोल मैगनीज माइका प्रॉपर यूज़ नहीं किया, दे आर इन लार्ज क्वांटिटी बट आर नॉट अवेलेबल। बहुत सारिया रिवर्स ने हाइड्रो इलैक्ट्रिसिटी प्रोड्यूस कर सकते हैं पर नहीं कर रहे। लैक ऑफ वेल डिवेलप्ड मीनस ऑफ ट्रांसपोर्ट, रोड ट्रांसपोर्ट बेसिक नसैसिटी है, वो भी बहुत बुरी शेप दे विच है। वैल डिवेलप्ड रोड तो रेल ट्रांसपोर्टेशन अवेलेबल नहीं है, जिसके करके मार्केटिंग की प्रॉब्लम आती है। अनइक्वल डिस्ट्रीब्यूशन ऑफ इनकम है, 10% पॉपूलेशन को 30 रुपए ने, नीचे वाली बॉटम वाली 10% को सिर्फ 3 रुपए ने। क्लियर इंडिकेशन है इनइक्वैलिटी ऑफ इनकम इन इंडिया। नैचुरल क्लाइमेट हजे भी इंडिया की जी एग्रीकल्चर है इट इज़ बेस्ड ऑन मॉनसूनस, ज़्यादा मॉनसून होगी तो भी औखा है, घट होंगी है तो भी औखा है। फ्लड्स ड्रॉट्स अर्थक्वेक सुनामी ये पोर सैगमेंट्स में बैडली इफेक्ट करते हैं। करप्शन है, जिन्ने भी पॉवर्टी एलिवेशन प्रोग्राम ने सोशल वैलफेयर प्रोग्राम ने उन्हों फायदा लोगों तक पहुँच ही नहीं पाता क्योंकि करप्शन है। पुअर वर्क कल्चर है, लोग लिथार्जिक ने, एफर्ट नहीं करते, स्टेटस जॉब करनिया पसंद करते हैं, छोटियां जॉब्स करनिया पसंद नहीं करते। लैक ऑफ टेक्निकल नॉलेज, टेक्निकल नॉलेज स्किल बेस्ड नॉलेज है वो अवेलेबिलिटी नहीं है। नैक्सट गवर्नमेंट की कर रही है, 3 तरह के प्रोग्राम गवर्नमेंट चलाए ने, इंप्लॉयमेंट जनरेशन, प्रोडक्टिव एसेट्स किस तरह के नाल एक्वायर करने ने, अदर प्रोग्राम्स। स्वर्ण जयंती ग्राम स्वरोजगार योजना पिंडा दे विच इंप्लॉयमेंट नूं करन वास्ते आपां पिछे सारा कर चुके, मैं वैसे दोबारा नहीं करवान लगी हूँ तुहानूं ये लास्ट टॉपिक दे विच आपां ओही कीता सी NRLM जिन्हों आपां जीविका भी कहने हाँ कि किन्ने लोगों को इंप्लॉयमेंट मिलना है। संपूर्ण ग्राम मीनस ये भी योजना आपां पिछे तुहानूं पढ़ा के हटियां होनी मैं। नैशनल फूड फॉर वर्क प्रोग्राम, स्मॉल कॉटेज इंडस्ट्री, स्वर्ण जयंती शहरी रोजगार योजना, ये है कि अर्बन सैल्फ इंप्लॉयमेंट प्रोग्राम है वो सैटअप किया, अर्बन वेज इंप्लॉयमेंट प्रोग्राम सैटअप किया वही NULM तो महात्मा गांधी मनरेगा की स्कीम। ठीक है, हुण प्रोडक्टिव एसेट्स नूं किद्दां एक्वायर करना है, ये प्रोग्राम की है, दीज आर रिलेटेड विद द स्कीम जिहदे नाल पुअर नूं लोन प्रोवाइड किया जाऊगा वेरी लो रेट ऑफ इंटरस्ट ताकि वो प्रोडक्टिव एसेट्स खरीद सकन। पुअर अपनी इनकम नूं इनक्रीज कर सकते हैं किद्दां इन्हां प्रोडक्टिव रिसोर्सिज नूं यूटिलाइज करने वास्ते तो इन्हां गरीबी खत्म हो सकती है। हुण की स्कीम चलाइयां जा रही फस्ट है जी डिफरेंशियल रेट ऑफ इंटरस्ट स्कीम 1972 में सैटअप की गई सी। ये पुअर ने जोड़े उन्होंने लोन 4% पर एनम से दिता जाऊगा। इस स्कीम के अकॉर्डिंगली 2/3 अमाउंट ऑफ लोन है जी वो रूरल पुअर में दी जाऊगी ताकि वो सैल्फ इंप्लॉयमेंट अपॉर्चुनिटीज इस पैसे को लगा के अपना काम कर सकन तो गरीबी खत्म कर सकन। प्रधानमंत्री ग्राम उद्योग योजना 2001 लॉन्च हुई सी। ये कंसैशनल लोन दिते जाते हैं विलेजर्स नूं जिहड़े मिल्क प्रोड्यूसिंग कैटल ते अदर प्रोडक्टिव एसेट्स खरीदते हैं उहदे वास्ते। दैन कंसैशनल लोन्स दिते जाते हैं टू स्टार्ट कॉटेज एंड स्मॉल इंडस्ट्रीज। हुण अदर प्रोग्राम्स किहड़े ने, मिनिमम नीड्स प्रोग्राम MNP, ये प्रोग्राम स्टैंडर्ड ऑफ लिविंग लोगों का वधाउण वास्ते किया गया सी। मिनिमम नीड्स प्राइमरी एजुकेशन, अडल्ट एजुकेशन, रूरल हैल्थ, रूरल वाटर सप्लाई, रूरल रोड्स, रूरल इलैक्ट्रीफिकेशन, ये सारे नूं खत्म कर चलाउण वास्ते। 20 पॉइंट प्रोग्राम, 20 पॉइंट प्रोग्राम दे विच गरीबी चों बाहर करन लई प्रोग्राम फिक्स किए गए लाइक फिक्सिंग ऑफ मिनिमम वेज फॉर एग्रीकल्चर वर्कर्स, हाउसेस प्रोवाइड करने ने, पब्लिक डिस्ट्रीब्यूशन सिस्टम करना है, बॉन्डेड लेबर खत्म करनी है, इरीगेशन फैसिलिटीज़ ਵਧਾਉਣੀਆਂ ने। अन्नपूर्णा स्कीम, अन्न मतलब वीट, इस स्कीम के 10 किलो फूड ग्रेन्स पर मंथ सीनियर सिटीजनस जोड़े बिलो पॉवर्टी लाइन रह रहे हैं उन्होंने कंसैशन रेट पर दिता जाऊगा। नैशनल सोशल असिस्टेंट प्रोग्राम, ये 3 प्रोग्राम सी। इंदिरा गांधी नैशनल ओल्ड एज पेंशन स्कीम, 400 रुपए की पेंशन है जोड़े 60 साल तो उपर ने तो बिलो पॉवर्टी लाइन रह रहे हैं उन्होंने दिता जाऊगा। सेंटर गवर्नमेंट ने 300 रुपया पर मंथ BPL विडोज़ भी दिता जोड़ियाँ 40 तो 50 59 के विच हैगियां ने तो विडोज़ ने। अटल बिहारी पेंशन योजना ओल्ड एज इनकम सिक्योरिटी पुअर वर्किंग परसनस दी सिक्योर करने वास्ते अटल पेंशन योजना चलाई गई। कोई भी बंदा जो 18 तो 40 साल का है उस स्कीम के आऊगा। गारंटेड मिनिमम मंथली पेंशन है जी 1000 तो 5000 पर मंथ उन्होंने दी जाऊगी। कदों तक? एट द एज ऑफ 60 ईयर तो बाद फिर तुहानूं आ वाली लग जानी है। ठीक है। नैशनल फैमिली बेनीफिट स्कीम, इस स्कीम के एक्सीडेंटल डैथ अगर मेन जोड़ा ब्रैड अर्नर है वो हो जाती है तो लमसम 20,000 रुपया वो फैमिली में दिता जाऊगा। आम आदमी बीमा योजना
ਜਿਹੜੇ ਲੋਕ ਬਿਲੋ ਪਾਵਰਟੀ ਲਾਈਨ ਰਹਿ ਰਹੇ ਉਹਨਾਂ ਲਾਈਫ ਇੰਸ਼ੋਰੈਂਸ ਕੀਤਾ ਜਾਊਗਾ। ਹੈਡ ਆਫ ਦੀ ਫੈਮਿਲੀ ਜਾਂ ਕਿਸੇ ਵੀ ਇੱਕ ਅਰਨਿੰਗ ਮੈਂਬਰ ਨੂੰ ਇੰਸ਼ੋਰ ਕੀਤਾ ਜਾਊਗਾ। ਗਵਰਨਮੈਂਟ 50% ਦਾ ਪ੍ਰੀਮੀਅਮ ਖਰਚਾ ਖੁਦ ਬੀਅਰ ਕਰੂਗੀ, ਬਾਕੀ 50% ਸਟੇਟ ਗਵਰਨਮੈਂਟ ਬੀਅਰ ਕਰੂਗੀ। ਸੈਂਟਰ ਤੇ ਸਟੇਟ ਦੀ ਰੇਸ਼ੋ ਹੈ। ਜੇ ਨੈਚੁਰਲ ਡੈਥ ਹੁੰਦੀ ਹੈ ਤਾਂ 30,000 ਰੁਪਇਆ, ਜੇ ਐਕਸੀਡੈਂਟਲ ਜਾਂ ਟੋਟਲ ਡਿਸੇਬਿਲਿਟੀ ਹੁੰਦੀ ਹੈ ਤਾਂ 37,500 ਰੁਪਇਆ ਨੂੰ ਦਿੱਤਾ ਜਾਊਗਾ। ਅੰਤੋਦਿਆ ਅੰਨ ਯੋਜਨਾ, ਇਹਦੇ ਵਿੱਚ ਫੂਡ ਗ੍ਰੇਨ 2 ਰੁਪਏ ਕਿਲੋ ਵੀਟ ਤੇ 3 ਰੁਪਏ ਕਿਲੋ ਰਾਈਸ ਹੈ ਜਿਹੜਾ ਪੂਅਰੈਸਟ ਆਫ ਪੂਅਰ ਫੈਮਲੀਜ਼ ਨੂੰ ਦਿੱਤਾ ਜਾਊਗਾ, ਤਾਂ ਕਿ ਉਹ ਸਬਸਿਡਾਈਡ ਫੂਡ ਗ੍ਰੇਨਸ ਨੇ ਉਹਨਾਂ ਨੂੰ ਪੀਡੀਐਸ ਸਿਸਟਮ ਦੇ ਅਨੁਸਾਰ ਦਿੱਤੇ ਜਾਂਦੇ ਨੇ। ਟਾਰਗੇਟਿਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, BPL ਫੈਮਲੀਜ਼ ਜਿਹੜੀ ਅੰਤੋਦਿਆ ਅੰਨ ਯੋਜਨਾ 'ਚ ਕਵਰ ਨਹੀਂ ਹੁੰਦੀਆਂ ਉਹਨਾਂ ਨੂੰ ਇੱਥੇ ਕਵਰ ਕੀਤਾ ਜਾਊਗਾ। ਇਹਦੇ ਨਾਲ 35 ਕਿਲੋ ਜਿਹੜਾ ਫੂਡ ਗ੍ਰੇਨ ਹੈ ਪਰ ਮੰਥ ਪਰ ਫੈਮਲੀ ਨੂੰ ਦਿੱਤਾ ਜਾਊਗਾ, ਜਿਹੜੀਆਂ ਫੈਮਲੀਜ਼ ਬਿਲੋ ਪਾਵਰਟੀ ਲਾਈਨ ਰਹਿ ਰਹੀਆਂ ਨੇ। ਕਿਸ ਰੇਟ ਦੇ ਉੱਤੇ? 4.15 ਪਰ ਕਿਲੋ ਵੀਟ ਤੇ 5.65 ਰੁਪਏ ਪਰ kg ਫॉर ਰਾਈਸ। ਭਾਰਤ ਨਿਰਮਾਣ ਪ੍ਰੋਗਰਾਮ BNP, ਇਸ ਦੇ ਵਿੱਚ ਰੂਰਲ ਇਨਫਰਾਸਟਰਕਚਰ ਹੈ ਉਹਨੂੰ ਡਿਵੈਲਪ ਕੀਤਾ ਗਿਆ। ਪਿੰਡਾਂ ਨੂੰ ਰੋਡਸ ਦੇ ਨਾਲ ਟੈਲੀਫੋਨ ਕਨੈਕਟੀਵਿਟੀ, ਇਲੈਕਟ੍ਰਿਸਿਟੀ, ਸੇਫ ਡਰਿੰਕਿੰਗ ਵਾਟਰ ਪ੍ਰੋਵਾਈਡ ਕੀਤਾ ਗਿਆ। ਰਾਸ਼ਟਰੀ ਸਵਸਥ ਬੀਮਾ ਯੋਜਨਾ, ਇਹ ਬੀਮਾ April 2008 ਦੇ ਵਿੱਚ ਸਟਾਰਟ ਹੋਈ ਸੀ ਇਹ ਯੋਜਨਾ। ਠੀਕ ਹੈ, 2 ਮਿੰਟ ਬੇਟਾ। ਇਸ ਯੋਜਨਾ ਦੇ ਅੰਡਰ 30,000 ਰੁਪਏ ਦਾ ਜਿਹੜਾ ਹੈਲਥ ਕਵਰ ਹੈ ਉਹ BPL ਫੈਮਲੀਜ਼ ਨੂੰ ਦਿੱਤਾ ਜਾਊਗਾ। 750 ਦਾ ਜਿਹੜਾ ਇਹਦੇ 'ਚ ਖਰਚਾ ਹੈ ਉਹ ਸੈਂਟਰਲ ਤੇ ਸਟੇਟ ਗਵਰਨਮੈਂਟ ਨੇ 75-25 ਦੀ ਰੇਸ਼ੋ 'ਚ ਇਹਨੂੰ ਬੀਅਰ ਕਰਨਗੀਆਂ। ਆਵਾਸ ਹੁੰਦਾ ਘਰ ਪ੍ਰੋਵਾਈਡ ਕਰਨਾ, ਇੰਦਰਾ ਆਵਾਸ ਯੋਜਨਾ ਤੇ ਰਾਜੀਵ ਆਵਾਸ ਯੋਜਨਾ। ਜਿਹੜੇ BPL ਫੈਮਲੀਜ਼ ਨੇ, ਵਿਡੋਜ਼ ਨੇ, ਫਿਜ਼ੀਕਲ ਹੈਂਡੀਕੈਪਡ ਨੇ, ਪਿੰਡਾਂ 'ਚ ਰਹਿ ਰਹੇ ਨੇ, ਉਹਨਾਂ ਨੂੰ ਜਿਹੜਾ ਹੈ ਘਰ ਪ੍ਰੋਵਾਈਡ ਕੀਤੇ ਜਾਣਗੇ। ਰੇਸ਼ੋ 75-25 ਦੇ ਵਿੱਚ ਸੈਂਟਰ ਸਟੇਟ ਦਾ ਖਰਚਾ ਬੀਅਰ ਕਰੂਗੀ। 2014-15 ਦੇ ਵਿੱਚ 16.77 ਲੱਖ ਇਹੋ ਜਿਹੇ ਘਰ ਬਣਾਏ ਗਏ। ਫਾਈਨੈਂਸ਼ੀਅਲ ਅਸਿਸਟੈਂਸ ਹੈ ਜਿਹੜੀ ਕੰਸਟਰਕਸ਼ਨ ਜਾਂ ਅਪਗ੍ਰੇਡੇਸ਼ਨ ਇਹਨਾਂ ਫੈਮਲੀਜ਼ ਵਾਸਤੇ ਅਰਬਨ ਏਰੀਆਜ਼ ਦੇ ਵਿੱਚ ਜਿਹੜੇ ਲੋਕ ਰਹੇ ਉਹਨਾਂ ਨੂੰ ਵੀ ਦਿੱਤੀ ਜਾਊਗੀ। 2016-17 ਵਿੱਚ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਉਹ ਸੈਟਅਪ ਕੀਤੀ ਕਿ 2022 ਤੱਕ ਸਾਰਿਆਂ ਨੂੰ ਘਰ ਦਿੱਤੇ ਜਾਣਗੇ। ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ, 1 ਲੱਖ ਸਕਾਲਰਸ਼ਿਪ ਹਰੇਕ ਸਾਲ ਦਿੱਤੇ ਜਾਂਦੇ ਨੇ, ਜਿਹਦੇ ਵਿੱਚ ਈਚ ਸਿਲੈਕਟਡ ਸਟੂਡੈਂਟ ਨੂੰ 6,000 ਰੁਪਇਆ ਪਰ ਐਨਮ ਸਾਲ ਦਾ ਦਿੱਤਾ ਜਾਊਗਾ 9ਵੀਂ ਤੋਂ ਲੈ ਕੇ 12ਵੀਂ ਤੱਕ। ਇਸ ਦੇ ਨਾਲ ਇੰਟੈਲੀਜੈਂਟ ਪੂਅਰ ਸਟੂਡੈਂਟਸ ਦੀ ਹੈਲਪ ਹੁੰਦੀ ਹੈ। ਨੈਸ਼ਨਲ ਫੂਡ ਸਿਕਿਉਰਿਟੀ ਐਕਟ, ਗਵਰਨਮੈਂਟ ਨੇ ਇਹ ਐਕਟ ਹੈ ਜਿਹੜਾ 2013 ਦੇ ਵਿੱਚ ਇਹ ਐਕਟ ਚਲਾਇਆ ਸੀ। ਇਹਦੇ ਅਕੋਰਡਿੰਗਲੀ 5 ਕਿਲੋ ਫੂਡ ਗ੍ਰੇਨ ਪਰ ਪਰਸਨ ਪਰ ਮੰਥ ਨੂੰ ਦਿੱਤਾ ਜਾਊਗਾ। ਠੀਕ ਹੈ, ਬਾਕੀ ਅਦਰ 3 kg ਪਰ ਰਾਈਸ ਪਰ ਫॉर ਰਾਈਸ 2 ਰੁਪਏ 20 ਤੇ 1 ਰੁਪਇਆ ਕੋਰਸ ਗ੍ਰੇਨ ਹੈ ਉਹ ਦਿੱਤੇ। ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਹੋਊਗੀ, ਡਾਇਰੈਕਟਲੀ ਪੈਸਾ ਤੁਹਾਡੇ ਅਕਾਊਂਟ ਦੇ ਵਿੱਚ ਹੋਊਗਾ, ਆਧਾਰ ਕਾਰਡ ਦੇ ਨਾਲ ਲਿੰਕ ਕਰਕੇ ਡਾਇਰੈਕਟਲੀ ਸਬਸਿਡੀ ਤੁਹਾਨੂੰ ਹੀ ਮਿਲੂਗੀ। ਵਿਲੇਜ ਗ੍ਰੇਨ ਬੈਂਕ ਸਕੀਮ, ਜਿੱਥੇ ਡਰੌਟ ਆ ਜਾਂਦਾ ਹੈ, ਡੈਜ਼ਰਟ ਏਰੀਆਜ਼ ਨੇ ਜਾਂ ਹਿਲੀ ਏਰੀਆਜ਼, ਟ੍ਰਾਈਬਲ ਏਰੀਆਜ਼ ਨੇ, ਉੱਥੇ ਭੁੱਖਮਰੀ ਨਾ ਹੋਵੇ, ਕੋਈ ਨੈਚੁਰਲ ਕਲੈਮਿਟੀ ਕਰਕੇ ਪ੍ਰੋਬਲਮ ਨਾ ਹੋਵੇ, ਤਾਂ ਉੱਥੇ ਵੀ ਗਵਰਨਮੈਂਟ ਹੈ ਜਿਹੜੀ ਉਹ ਤੁਹਾਡੀ ਹੈਲਪ ਕਰਦੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਇਹ ਅਗਸਤ 2014 ਸਟਾਰਟਅਪ ਕੀਤੀ ਗਈ ਸੀ ਤਾਂ ਕਿ ਜਿਹੜੀਆਂ ਬੈਂਕਿੰਗ ਫੈਸਿਲਿਟੀਜ਼ ਨੇ ਉਹ ਲੋਕਾਂ ਨੂੰ ਦਿੱਤੀ ਜਾਵੇ। ਜੇ ਬੈਂਕ ਅਕਾਊਂਟ ਨਹੀਂ ਖੁੱਲ੍ਹਦਾ ਤਾਂ 1 ਰੁਪਏ ਦੇ ਨਾਲ ਵੀ ਤੁਹਾਡਾ ਬੈਂਕ ਅਕਾਊਂਟ ਹੈ ਖੋਲ੍ਹ ਕੇ ਤੁਹਾਨੂੰ ਪੈਸੇ ਤੁਹਾਡੇ ਫਿਰ ਜਨ ਧਨ ਅਕਾਊਂਟ ਦੇ ਵਿੱਚ ਆਉਣਗੇ। ਜਨ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਬਣਾਈ ਗਈ ਤਾਂ ਕਿ ਇੰਸ਼ੋਰੈਂਸ ਹੈ 2 ਲੱਖ ਐਟ ਪ੍ਰੀਮੀਅਮ ਆਫ ਜਸਟ ₹12 ਪਰ ਐਨਮ ਦਿੱਤਾ ਜਾਊਗਾ। ਇਹਦੇ ਵਿੱਚ 18 ਤੋਂ 70 ਸਾਲ ਦੇ ਲੋਕ ਆਉਣਗੇ। ਜੇ ਕੋਈ ਡੈਥ ਪਰਮਾਨੈਂਟ ਡਿਸੇਬਿਲਿਟੀ ਹੋ ਜਾਂਦੀ ਹੈ ਉੱਥੇ ਗਵਰਨਮੈਂਟ ਹੈ ਜਿਹੜੀ ਇਹਦੇ ਅਕੋਰਡਿੰਗਲੀ 2 ਲੱਖ ਰੁਪਇਆ ਹੈ ਜਿਹੜਾ ਉਹ ਤੁਹਾਨੂੰ ਦੇਊਗੀ, ਜਿਹਦੇ 330 ਰੁਪਏ ਪਰ ਐਨਮ ਤੁਸੀਂ ਪ੍ਰੀਮੀਅਮ ਦੇਣਾ ਹੁੰਦਾ ਹੈ। ਇਹ ਸਾਰੇ ਬੈਂਕ ਹੋਲਡਰ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੈ ਉਹਦੇ ਵਿੱਚ ਜਾਂਦੇ ਨੇ। ਠੀਕ ਹੈ, ਜੇ ਫੈਮਿਲੀ ਆਫ ਇੰਸ਼ੋਰੈਂਸ ਵਿਲ ਗੈਟ ਦ ਬੈਨੀਫਿਟ ਔਨ ਦੀ ਡੈਥ ਆਫ ਦ ਪਾਲਿਸੀ ਹੋਲਡਰ। ਅਦਰ ਸਕੀਮਸ, ਡਰਾਟ ਪ੍ਰੋਨ ਏਰੀਆ ਵਾਸਤੇ ਮਿਡ ਡੇ ਮੀਲ ਫॉर ਪੂਅਰ ਚਿਲਡਰਨ ਨੂੰ ਅਟਰੈਕਟ ਕਰਨ ਵਾਸਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ। ਸੋਸ਼ਲ ਸਿਕਿਉਰਿਟੀ ਐਕਟ 2008 ਹੈ ਜਿਹੜਾ ਉਹ ਵੀ ਬਣਾਇਆ ਗਿਆ। ਹੁਣ ਅਸੀਂ ਇਵੈਲੂਏਸ਼ਨ ਕਰਨੇ ਆ ਕਿ ਜਿੰਨੇ ਵੀ ਪਾਵਰਟੀ ਐਲੀਵੇਸ਼ਨ ਪ੍ਰੋਗਰਾਮ ਕੀ ਚੱਲ ਰਹੇ ਨੇ, ਨਹੀਂ ਇਨਫੈਕਟਿਵ ਹੈ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮਸ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿੰਨੇ ਵੀ ਪ੍ਰੋਗਰਾਮ ਐਕੁਜੀਸ਼ਨ ਆਫ ਪ੍ਰੋਡਕਟਿਵ ਐਸੈਟਸ ਨੇ ਉਹ ਨਹੀਂ ਚੱਲ ਰਹੇ। ਕਿਉਂ ਨਹੀਂ ਚੱਲ ਰਹੇ? ਕਿਉਂਕਿ ਲੋਨਸ ਨੇ ਪ੍ਰੋਪਰ ਲੋਕਾਂ ਤੱਕ ਪਹੁੰਚ ਨਹੀਂ ਰਹੇ। ਸੂਇੰਗ ਮਸ਼ੀਨਸ ਨੇ, ਵੈਲਡਿੰਗ ਮਸ਼ੀਨਸ ਨੇ, ਉਹ ਡਿਸਟਰੀਬਿਊਟ ਕੀਤੀਆਂ ਜਾਂਦੀਆਂ ਪੰਚਾਇਤ ਸਮਿਤੀ ਅਤੇ ਮਿਊਨਸਿਪਲ ਕਮੇਟੀਜ਼ ਦੇ ਥਰੂ। ਇਹਨਾਂ ਐਸੈਟਸ ਨੂੰ ਯੂਜੂਅਲੀ ਸਪੋਰਟਰਸ ਨੂੰ, ਨੀਅਰਸ ਐਂਡ ਡੀਅਰਸ ਆਫ ਪੋਲੀਟੀਕਲ ਅਤੇ ਗਵਰਨਮੈਂਟ ਆਫੀਸ਼ੀਅਲ ਨੂੰ ਦਿੱਤਾ ਜਾਂਦਾ ਹੈ। ਜਿਹਨੂੰ ਐਕਚੁਅਲੀ ਉਹਦੀ ਲੋੜ ਹੁੰਦੀ ਹੈ ਉਹਦੇ ਤੱਕ ਇਹ ਚੀਜ਼ ਨਹੀਂ ਪਹੁੰਚਦੀ। ਪਲੈਨਿੰਗ ਡਿਫੈਕਟਿਵ ਹੈ।
ਦੇਖਿਆ ਹੀ ਨਹੀਂ ਜਾਂਦਾ ਕਿ ਕਿਹਦੇ ਵਾਸਤੇ ਸਕੀਮ ਬਣਾਉਣੀ ਚਾਹੀਦੀ ਹੈ, ਕਿਹਦੇ ਵਾਸਤੇ ਨਹੀਂ। ਨੈਗਲੈਕਟਡ ਡਿਸੇਬਲਡ ਤੇ ਸਿਕ ਪਰਸਨਸ ਨੂੰ ਇਗਨੋਰ ਕੀਤਾ ਜਾਂਦਾ ਹੈ। ਵੇਰੀਅਸ ਪਾਵਰਟੀ ਐਲੀਵੇਸ਼ਨ ਪ੍ਰੋਗਰਾਮ ਦੀ ਆਪਸ ਦੇ ਵਿੱਚ ਕੋਈ ਵੀ ਜਿਹੜੀ ਕੋਆਰਡੀਨੇਸ਼ਨ ਨਹੀਂ ਹੈ, ਕਿਸੇ ਨੂੰ ਬਹੁਤ ਜ਼ਿਆਦਾ ਫਾਇਦੇ ਮਿਲਦੇ ਨੇ, ਕਿਸੇ ਨੂੰ ਬਿਲਕੁਲ ਮਿਲਦੇ ਹੀ ਨਹੀਂ। ਲੀਕੇਜ ਆਫ ਫੰਡ ਨੇ ਮਤਲਬ 58% ਜਿਹੜਾ ਗ੍ਰੇਨ ਹੈ ਉਹ ਐਕਚੁਅਲ ਲੋਕਾਂ ਦੇ ਹੱਥਾਂ 'ਚ ਨਹੀਂ ਪਹੁੰਚ ਰਿਹਾ। ਪਾਵਰਟੀ ਐਲੀਵੇਸ਼ਨ ਪ੍ਰੋਗਰਾਮਸ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ। ਹੁਣ ਅਸੀਂ ਕਿੱਦਾਂ ਰਿਮੂਵਲ ਆਫ ਪਾਵਰਟੀ ਕਰ ਸਕਦੇ ਹਾਂ? ਇਕਨੋਮਿਕ ਗਰੋਥ ਰੇਟ ਵਧਾਇਆ ਜਾਵੇ, ਐਗਰੀਕਲਚਰ ਨੂੰ ਡਿਵੈਲਪ ਕੀਤਾ ਜਾਵੇ, ਮਾਸ ਕੰਜ਼ੰਪਸ਼ਨ ਦੇ ਉੱਤੇ ਗੁੱਡਸ ਨੇ ਜਿਹੜੀਆਂ ਉਹ ਪ੍ਰੋਡਿਊਸ ਕੀਤੀਆਂ ਜਾਵੇ, ਸਟੇਬਿਲਿਟੀ ਆਫ ਪ੍ਰਾਈਸ ਹੋਵੇ, ਪੋਪੂਲੇਸ਼ਨ ਨੂੰ ਘਟਾਓ, ਇੰਪਲੋਇਮੈਂਟ ਵਧਾਓ, ਟੈਕਨੀਕ ਆਫ ਪ੍ਰੋਡਕਸ਼ਨ ਹੈ ਜਿਹੜੀ ਉਹ ਲੇਬਰ ਇੰਟੈਂਸਿਵ ਹੋਣੀ ਚਾਹੀਦੀ ਹੈ, ਰਿਡਕਸ਼ਨ ਇਨ ਇਕੁਐਲਿਟੀ ਆਫ ਇਨਕਮ ਐਂਡ ਵੈਲਥ ਸ਼ੁੱਡ ਬੀ ਦੇਅਰ, ਬੈਕਵਰਡ ਏਰੀਆਜ਼ ਨੂੰ ਜ਼ਿਆਦਾ ਕੰਸੈਸ਼ਨ ਦਿਓ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਫੈਕਟਿਵ ਹੋਣਾ ਚਾਹੀਦਾ ਹੈ, ਮਿਨੀਮਮ ਨੀਡਸ ਨੇ ਲੋਕਾਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਪੂਅਰ ਦੀ ਪ੍ਰੋਡਕਟੀਵਿਟੀ ਵਧਾਓ, ਸੋਸ਼ਲ ਆਊਟਲੁੱਕ ਜਿੰਨਾ ਵੀ ਹੈ ਮੈਰਿਜ ਬਰਥ ਡੈਥ ਦੇ ਉੱਤੇ ਖਰਚਾ ਹੈ ਇਹਨੂੰ ਰਿਡਿਊਸ ਕਰੋ, ਪਾਵਰਟੀ ਐਲੀਵੇਸ਼ਨ ਪ੍ਰੋਗਰਾਮਸ ਨੇ ਉਹਨਾਂ ਨੂੰ ਇਫੈਕਟਿਵਲੀ ਇੰਪਲੋਏ ਕਰੋ, ਤੇ ਰੂਰਲ ਏਰੀਆ ਦੀ ਡਿਵੈਲਪਮੈਂਟ ਵਾਸਤੇ ਇਰੀਗੇਸ਼ਨ ਪ੍ਰੋਜੈਕਟ ਡੈਮਸ ਵਗੈਰਾ ਵਾਸਤੇ ਜ਼ਿਆਦਾ ਐਫਰਟ ਕਰੋ। ਦਿਸ ਪਾਵਰਟੀ ਐਲੀਵੇਸ਼ਨ ਵੀ ਨੀਡ ਨਾਟ ਟੂ ਡੂ ਐਂਡ ਨਾਟ ਦਿਸ ਤੰਦੁਲਕਰ। ਤਾਂ ਇਹਦੇ ਵਿੱਚ ਵੀ ਤੁਹਾਡੇ ਕੋਲ ਲੌਂਗ ਕੁਐਸਚਨ ਕੀ ਬਣਦਾ ਹੈ, ਵਟ ਆਰ ਦੀ ਕਾਜ਼ਜ਼ ਆਫ ਪਾਵਰਟੀ, ਹਾਊ ਯੂ ਵਿਲ ਸੋਲਵ ਦਿਸ ਪ੍ਰੋਬਲਮ, ਜਾਂ ਗਵਰਨਮੈਂਟ ਕੀ ਇਹਦੇ ਵਾਸਤੇ ਐਫਰਟ ਕਰ ਰਹੀ ਹੈ। ਠੀਕ ਹੈ ਬੇਟਾ, ਸੋ ਅੱਛੀ ਤਰ੍ਹਾਂ ਦੇ ਨਾਲ ਵੀਡੀਓ ਨੂੰ ਸੁਣਨਾ ਹੈ। ਸੋ ਚਲਦੇ ਗੁੱਡ ਬਾਏ।